ਹੈਲੋ एवरीवन ਸਤਿ ਸ਼੍ਰੀ ਅਕਾਲ। ਜੇ ਤੁਸੀਂ ਪੀਪੀਐਸਸੀ ਇੰਗਲਿਸ਼ ਅਸਿਸਟੈਂਟ ਪ੍ਰੋਫੈਸਰ ਲੈਕਚਰਰ ਯੂਜੀਸੀ ਨੈਟ ਸੀਐਸਆਈਆਰ ਨੈਟ ਜਾਂ ਕਿਸੇ ਵੀ ਇੰਗਲਿਸ਼ ਲਿਟਰੇਚਰ ਐਗਜ਼ਾਮ ਦੀ ਪ੍ਰਿਪਰੇਸ਼ਨ ਕਰ ਰਹੇ ਹੋ ਤਾਂ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਇੰਪੋਰਟੈਂਟ ਹੈ। ਇੰਡੀਅਨ ਇੰਗਲਿਸ਼ ਲਿਟਰੇਚਰ ਤੋਂ ਹਰ ਸਾਲ ਆਥਰ ਵਰਕ ਮੈਚਿੰਗ ਅਵਾਰਡਸ ਲਿਟਰੇਰੀ ਮੂਵਮੈਂਟਸ ਥੀਮਸ ਤੇ ਵਨ ਲਾਈਨਰ ਫੈਕਚੁਅਲ ਕੁਐਸਚਨ ਜ਼ਰੂਰ ਆਉਂਦੇ ਹਨ। ਅੱਜ ਅਸੀਂ ਇੰਡੀਅਨ ਇੰਗਲਿਸ਼ ਰਾਈਟਰਸ ਨੂੰ ਬਿਲਕੁਲ ਐਗਜ਼ਾਮ ਓਰੀਐਂਟਡ ਸਟਾਈਲ ਵਿੱਚ ਪੜਾਂਗੇ। ਸਿਰਫ ਬੁੱਕਸ ਯਾਦ ਨਹੀਂ ਕਰਾਂਗੇ ਬਲਕਿ ਰਾਈਟਰਸ ਦੇ ਯੂਨੀਕ ਫੀਚਰਸ ਅਵਾਰਡਸ ਥੀਮਸ ਤੇ ਮੈਮਰੀ ਟ੍ਰਿਕਸ ਵੀ ਕਵਰ ਕਰਾਂਗੇ ਤਾਂ ਕਿ ਐਗਜ਼ਾਮ ਹਾਲ ਦੇ ਵਿੱਚ ਇੱਕ ਵੀ ਕੁਐਸਚਨ ਮਿਸ ਨਾ ਹੋਵੇ। ਔਰ ਇਸ ਨੂੰ ਆਪਾਂ 3 ਪਾਰਟਸ ਦੇ ਵਿੱਚ ਕਰਾਂਗੇ। ਸੋ ਚਲੋ ਸ਼ੁਰੂ ਕਰਦੇ ਹਾਂ ਆਪਾਂ ਇੰਡੀਅਨ ਇੰਗਲਿਸ਼ ਫਿਕਸ਼ਨ ਦੇ ਸਭ ਤੋਂ ਫੇਮਸ ਰਾਈਟਰ ਦੇ ਨਾਲ, ਦੈਟ ਇਜ਼ R.K. Narayan, the crucial part of Indian English fiction. R.K. Narayan ਦਾ ਫੁੱਲ ਨੇਮ ਹੈ ਰਾਸੀਪੁਰਮ ਕ੍ਰਿਸ਼ਨਾ ਸਵਾਮੀ ਅਯਰ ਨਾਰਾਇਣਾ ਸਵਾਮੀ। ਉਹ ਮੈਸੂਰ ਨਾਲ ਕਲੋਜ਼ਲੀ ਐਸੋਸੀਏਟਡ ਸਨ ਤੇ ਇੰਡੀਅਨ ਇੰਗਲਿਸ਼ ਫਿਕਸ਼ਨ ਦੇ ਵਿੱਚ ਬਿਗ 3 ਰਾਈਟਰਸ ਵਿੱਚ ਕਾਊਂਟ ਕੀਤੇ ਜਾਂਦੇ ਹਨ। ਬਾਕੀ ਦੋ ਰਾਈਟਰਸ ਕਿਹੜੇ ਹੈ? ਮੁਲਕ ਰਾਜ ਆਨੰਦ ਤੇ ਰਾਜਾ ਰਾਓ। ਐਗਜ਼ਾਮ ਵਿੱਚ ਇਹ ਕੁਐਸਚਨ ਆਵੇ ਹੂ ਆਰ ਦ ਬਿਗ 3 ਆਫ ਇੰਡੀਅਨ ਇੰਗਲਿਸ਼ ਫਿਕਸ਼ਨ, ਦੈਨ ਆਨਸਰ R.K. ਨਾਰਾਇਣ, ਰਾਜਾ ਰਾਓ ਤੇ ਮੁਲਕ ਰਾਜ ਆਨੰਦ। ਹੁਣ ਸਭ ਤੋਂ ਆਪਾਂ ਇੰਪੋਰਟੈਂਟ ਪੁਆਇੰਟ ਕਵਰ ਕਰਦੇ ਹਾਂ। R.K. ਨਾਰਾਇਣ ਦੀ ਸਭ ਤੋਂ ਫੇਮਸ ਕ੍ਰੀਏਸ਼ਨ ਹੈ ਮਾਲਗੁੜੀ। ਹੁਣ ਇੰਟਰਸਟਿੰਗ ਗੱਲ ਇਹ ਹੈ ਕਿ ਮਾਲਗੁੜੀ ਕੋਈ ਰੀਅਲ ਸਿਟੀ ਹੈ ਹੀ ਨਹੀਂ, ਇਹ ਇੱਕ ਫਿਕਸ਼ਨਲ ਟਾਊਨ ਹੈ। ਪਰ R.K. ਨਾਰਾਇਣ ਨੇ ਇਸ ਨੂੰ ਇੰਨੀ ਰੀਅਲਿਸਟਿਕ ਵੇ ਨਾਲ ਡਿਸਕ੍ਰਾਈਬ ਕੀਤਾ ਹੈ ਕਿ ਰੀਡਰਸ ਨੂੰ ਲੱਗਦਾ ਹੈ ਕਿ ਜਿਵੇਂ ਐਕਚੁਅਲੀ ਇੰਡੀਆ ਦੇ ਵਿੱਚ ਅਸਲ ਵਿੱਚ ਇਹੋ ਜਿਹਾ ਕੋਈ ਟਾਊਨ ਹੈ ਜਿਸ ਦਾ ਨਾਮ ਮਾਲਗੁੜੀ ਹੈ। ਔਰ ਐਗਜ਼ਾਮ ਟਿਪ ਕੀ ਹੈ? ਮਾਲਗੁੜੀ ਇਜ਼ ਇਕੁਅਲ ਟੂ R.K. ਨਾਰਾਇਣ। ਇਸ ਕਨੈਕਸ਼ਨ ਨੂੰ ਕਦੀ ਵੀ ਨਹੀਂ ਭੁੱਲਣਾ। ਹੁਣ ਇੰਪੋਰਟੈਂਟ ਵਰਕਸ ਦੇਖ ਲੈਂਦੇ ਹਾਂ ਆਪਾਂ। ਸਵਾਮੀ ਐਂਡ ਫਰੈਂਡਸ ਪਹਿਲਾ ਨਾਵਲ ਹੈ R.K. ਨਾਰਾਇਣ ਦਾ, ਸਕੂਲ ਲਾਈਫ ਤੇ ਚਾਈਲਡਹੁੱਡ ਦੀ ਬਿਊਟੀਫੁਲ ਸਟੋਰੀ। ਅਨਦਰ ਵਨ ਇਜ਼ ਦ ਬੈਚਲਰ ਆਫ ਆਰਟਸ। ਦ ਨੈਕਸਟ ਵਨ ਇਜ਼ ਦ ਇੰਗਲਿਸ਼ ਟੀਚਰ, ਦ ਫਾਈਨੈਂਸ਼ੀਅਲ ਐਕਸਪਰਟ, ਵੇਟਿੰਗ ਫॉर ਮਹਾਤਮਾ, ਦ ਗਾਈਡ ਐਂਡ ਮਾਲਗੁੜੀ ਡੇਜ਼ ਸ਼ਾਰਟ ਸਟੋਰੀਜ਼ ਦਾ ਇੱਕ ਫੇਮਸ ਕਲੈਕਸ਼ਨ। ਹੁਣ ਦ ਗਾਈਡ ਦੇ ਬਾਰੇ ਥੋੜਾ ਜਿਹਾ ਹੋਰ ਗੱਲ ਕਰਦੇ ਹਾਂ। ਇਹ ਨਾਵਲ ਦਾ ਜਿਹੜਾ ਮੇਨ ਕਰੈਕਟਰ ਜਿਸ ਦਾ ਨਾਮ ਰਾਜੂ ਹੈ ਉਹ ਪਹਿਲਾਂ ਇੱਕ ਟੂਰਿਸਟ ਗਾਈਡ ਹੁੰਦਾ ਹੈ, ਪਰ ਸਰਕਮਸਟਾਂਸਿਸ ਇਹੋ ਜਿਹੇ ਬਣ ਜਾਂਦੇ ਹੈ ਕਿ ਉਹ ਸਪਿਰਿਚੁਅਲ ਗਾਈਡ ਬਣ ਜਾਂਦਾ ਹੈ। ਇਸ ਨਾਵਲ ਦੇ ਲਈ R.K. ਨਾਰਾਇਣ ਨੂੰ ਸਾਹਿਤਯ ਅਕਾਦਮੀ ਅਵਾਰਡ ਵੀ ਮਿਲਿਆ ਸੀ। ਐਗਜ਼ਾਮ ਵਿੱਚ ਕਈ ਵਾਰ ਪੁੱਛਿਆ ਜਾਂਦਾ ਹੈ ਕਿ ਦ ਗਾਈਡ ਦੇ ਪ੍ਰੋਟੈਗੋਨਿਸਟ ਕੌਣ ਸੀ, ਤਾਂ ਆਪਾਂ ਦੱਸਾਂਗੇ ਰਾਜੂ। ਇੱਕ ਹੋਰ ਇੰਟਰਸਟਿੰਗ ਫੈਕਟ ਹੈ ਜੋ ਯਾਦ ਰੱਖਣ ਵਾਲਾ ਹੈ ਐਕਚੁਅਲੀ। ਬ੍ਰਿਟਿਸ਼ ਨਾਵਲਿਸਟ ਗ੍ਰਾਹਮ ਗ੍ਰੀਨ ਨੇ R.K. ਨਾਰਾਇਣ ਦੀ ਰਾਈਟਿੰਗ ਨੂੰ ਬਹੁਤ ਜ਼ਿਆਦਾ ਐਪਰੀਸ਼ੀਏਟ ਕੀਤਾ। ਉਹਨਾਂ ਦੀ ਹੈਲਪ ਦੇ ਨਾਲ R.K. ਨਾਰਾਇਣ ਦੀਆਂ ਬੁੱਕਸ ਇੰਟਰਨੈਸ਼ਨਲ ਲੈਵਲ ਤੇ ਫੇਮਸ ਹੋਈਆਂ। R.K. ਨਾਰਾਇਣ ਦੀ ਰਾਈਟਿੰਗ ਦੀ ਸਭ ਤੋਂ ਵੱਡੀ ਖਾਸੀਅਤ ਕੀ ਹੈ? ਸਿੰਪਲ ਲੈਂਗੁਏਜ, ਜੈਂਟਲ ਹਿਊਮਰ, ਮਿਡਲ ਕਲਾਸ ਇੰਡੀਅਨ ਲਾਈਫ, ਐਵਰੀਡੇ ਹਿਊਮਨ ਰਿਲੇਸ਼ਨਸ਼ਿਪਸ, ਕੋਈ ਅਨਨੈਸੈਸਰੀ ਕੰਪਲੈਕਸਿਟੀ ਨਹੀਂ ਹੈ। ਇਸ ਕਰਕੇ ਬਿਗਨਰਸ ਲਈ ਵੀ R.K. ਨਾਰਾਇਣ ਦੀ ਰਾਈਟਿੰਗ ਬਹੁਤ ਹੀ ਈਜ਼ੀ ਤੇ ਇੰਜੋਏਬਲ ਹੁੰਦੀ ਹੈ। ਮੈਮਰੀ ਟ੍ਰਿਕ ਆਪਾਂ ਕੀ ਰੱਖਾਂਗੇ? ਮਾਲਗੁੜੀ ਇਜ਼ ਇਕੁਅਲ ਟੂ R.K. ਨਾਰਾਇਣ। ਸਭ ਤੋਂ ਪਹਿਲਾਂ ਇਹ ਚੀਜ਼ ਯਾਦ ਰੱਖਣੀ ਹੈ, ਹਮੇਸ਼ਾ ਆਪਣੇ ਦਿਮਾਗ ਦੇ ਵਿੱਚ ਰੱਖਣਾ ਹੈ। ਨੈਕਸਟ ਆਪਾਂ ਗੱਲ ਕਰਾਂਗੇ ਕਿਸ ਦੀ? ਰਾਜਾ ਰਾਓ ਦੀ। ਹੁਣ ਇਸ ਦੇ ਬਾਰੇ ਗੱਲ ਕਰਦੇ ਸਮੇਂ ਰਾਜਾ ਰਾਓ ਜਿਹੜੇ ਹੈ ਉਹ ਵੀ ਇੰਡੀਅਨ ਇੰਗਲਿਸ਼ ਫਿਕਸ਼ਨ ਦੇ ਬਿਗ 3 ਰਾਈਟਰਸ ਦੇ ਵਿੱਚੋਂ ਇੱਕ ਨੇ। ਜੇ ਨਾਰਾਇਣ ਆਰਡੀਨਰੀ ਇੰਡੀਅਨ ਲਾਈਫ ਦੀ ਗੱਲ ਕਰਦੇ ਹੈ ਤਾਂ ਰਾਜਾ ਰਾਓ ਸਪਿਰਿਚੁਅਲਿਟੀ ਦੀ, ਫਿਲਾਸਫੀ ਦੀ ਗੱਲ ਕਰਦੇ ਹੈ। ਯਾਦ ਰੱਖਣਾ ਜਦੋਂ ਫਿਲਾਸਫੀ ਦੀ ਗੱਲ ਆਣੀ ਹੈ ਤਾਂ ਰਾਜਾ ਰਾਓ ਉਹ ਇੰਡੀਅਨ ਕਲਚਰ ਨੂੰ ਇੰਗਲਿਸ਼ ਦੇ ਵਿੱਚ ਪ੍ਰੈਜ਼ੈਂਟ ਕਰਦੇ ਨੇ। ਉਹਨਾਂ ਦਾ ਸਭ ਤੋਂ ਫੇਮਸ ਜਿਹੜਾ ਨਾਵਲ ਹੈ ਕਾਂਥਾਪੁਰਾ। ਆਲਵੇਜ਼ ਕੀਪ ਇਨ ਯੂਰ ਮਾਈਂਡ, ਕਾਂਥਾਪੁਰਾ, ਰਾਜਾ ਰਾਓ। ਇਹ ਨਾਵਲ ਇੱਕ ਸਾਊਥ ਇੰਡੀਅਨ ਵਿਲੇਜ ਦੀ ਸਟੋਰੀ ਹੈ। ਜੋ ਸਟੋਰੀ ਹੈ ਉਹ ਗਾਂਧੀ ਜੀ ਦੇ ਫਰੀडम ਮੂਵਮੈਂਟ ਦੇ ਬੈਕਗਰਾਊਂਡ ਤੇ ਬੇਸਡ ਹੈ ਕਿ ਉਸ ਟਾਈਮ ਜੋ ਫਰੀडम ਮੂਵਮੈਂਟ ਚੱਲ ਰਿਹਾ ਸੀ ਉਸ ਦੇ ਬੈਕਗਰਾਊਂਡ ਦੇ ਨਾਲ ਇਹ ਕਹਾਣੀ ਚੱਲਦੀ ਹੈ। ਇਸ ਨਾਵਲ ਦੇ ਵਿੱਚ ਨੈਸ਼ਨਲਿਜ਼ਮ, ਗਾਂਧੀਅਨ ਫਿਲਾਸਫੀ, ਕਾਸਟ ਸਿਸਟਮ ਤੇ ਸੋਸ਼ਲ ਚੇਂਜ ਨੂੰ ਬਹੁਤ ਹੀ ਬਿਊਟੀਫੁਲੀ ਡਿਪਿਕਟ ਕੀਤਾ ਗਿਆ ਹੈ। ਹੁਣ ਸਭ ਤੋਂ ਇੰਪੋਰਟੈਂਟ ਆ ਐਗਜ਼ਾਮ ਫੈਕਟ ਕੀ ਹੈ ਕਿ ਕਾਂਥਾਪੁਰਾ ਦੇ ਪ੍ਰੀਫੇਸ ਨੂੰ ਬਹੁਤ ਜ਼ਿਆਦਾ ਫੇਮਸ ਮੰਨਿਆ ਜਾਂਦਾ ਹੈ। ਰਾਜਾ ਰਾਓ ਲਿਖਦੇ ਨੇ ਕਿ ਇੰਗਲਿਸ਼ ਜਿਹੜੀ ਹੈ ਓਰੀਜਨਲ ਜਿਹੜੀ ਹੈ ਇੰਡੀਅਨ ਲੈਂਗੁਏਜ ਨਹੀਂ ਹੈ। ਆਪਾਂ ਸਭ ਜਾਣਦੇ ਹਾਂ ਕਿ ਇੰਗਲਿਸ਼ ਆਪਣੀ ਲੈਂਗੁਏਜ ਨਹੀਂ ਹੈ, ਇਸ ਲਈ ਇੰਡੀਅਨ ਇਮੋਸ਼ਨਸ, ਟ੍ਰੈਡੀਸ਼ਨਸ ਤੇ ਕਲਚਰ ਨੂੰ ਇੰਗਲਿਸ਼ ਵਿੱਚ ਐਕਸਪ੍ਰੈਸ ਕਰਨਾ ਜਿਹੜਾ ਹੈ ਬਹੁਤ ਜ਼ਿਆਦਾ ਚੈਲੰਜਿੰਗ ਹੈ। ਇਹ ਸਟੇਟਮੈਂਟ ਲਿਟਰੇਚਰ ਐਗਜ਼ਾਮਸ ਦੇ ਵਿੱਚ ਬਾਰ-ਬਾਰ ਕੋਟ ਹੁੰਦੀ ਹੈ। ਹੋਰ ਇੰਪੋਰਟੈਂਟ ਜਿਹੜੇ ਨਾਵਲਸ ਹੈਗੇ ਹੈ ਦ ਸਰਪੈਂਟ ਐਂਡ ਦ ਰੋਪ। ਇਹ ਨਾਵਲ ਈਸਟ ਤੇ ਵੈਸਟ ਤੇ ਫਿਲਾਸਫੀ ਨੂੰ ਕੰਪੇਅਰ ਕਰਦਾ ਹੈ। ਇੱਕ ਹੋਰ ਨਾਵਲ ਹੈ ਦ ਕੈਟ ਐਂਡ ਦ ਸ਼ੇਕਸਪੀਅਰ। ਐਗਜ਼ਾਮ ਲਈ ਕੀਵਰਡ ਯਾਦ ਰੱਖਣਾ ਹੈ, ਫਿਲਾਸਫੀ ਇਜ਼ ਇਕੁਅਲ ਟੂ ਰਾਜਾ ਰਾਓ।
ਜੇ ਕੁਐਸਚਨ ਆਵੇ ਵਿਚ ਇੰਡੀਅਨ ਇੰਗਲਿਸ਼ ਰਾਈਟਰ ਇਜ਼ ਨੋਨ ਫॉर philosophical writings or philosophical novels, the answer is Raja Rao. Philosophy is equal to Raja Rao. The third one ਆਪਾਂ ਹੁਣ ਗੱਲ ਕਰਾਂਗੇ ਮੁਲਖ ਰਾਜ ਆਨੰਦ ਦੀ। ਇਹ ਵੀ ਬਿਗ 3 ਰਾਈਟਰਸ ਦੇ ਵਿੱਚੋਂ ਇੱਕ ਹੈ। ਆਪਾਂ ਅੱਜ ਬਿਗ 3 ਹੀ ਡਿਸਕਸ ਕਰ ਰਹੇ ਹਾਂ ਮੇਨਲੀ, ਪਰ ਆਨੰਦ ਦੀ ਰਾਈਟਿੰਗ ਦਾ ਜਿਹੜਾ ਫੋਕਸ ਹੈਗਾ ਬਿਲਕੁਲ ਕੰਪਲੀਟਲੀ ਡਿਫਰੈਂਟ ਹੈ। ਨਾ ਉਹ ਕਾਮਨ ਲਾਈਫ ਦੀ ਗੱਲ ਕਰਦੇ ਆ, ਨਾ ਫਿਲਾਸਫੀ ਦੀ ਗੱਲ ਕਰਦੇ ਆ। ਉਹ ਲਿਖਦੇ ਨੇ ਸਿਰਫ ਗਰੀਬੀ, ਕਾਸਟ ਡਿਸਕ੍ਰਿਮੀਨੇਸ਼ਨ, ਲੇਬਰ ਕਲਾਸ ਐਕਸਪਲੋਇਟੇਸ਼ਨ ਤੇ ਸੋਸ਼ਲ ਇਨਜਸਟਿਸ ਦੇ ਬਾਰੇ। ਸੋਸ਼ਲ ਇਨਜਸਟਿਸ ਯਾਦ ਰੱਖਣਾ ਤੁਸੀਂ। ਇਸ ਕਰਕੇ ਉਹਨਾਂ ਨੂੰ ਪਾਇਨੀਅਰ ਆਫ ਸੋਸ਼ਲ ਰੀਅਲਿਜ਼ਮ ਵੀ ਕਿਹਾ ਜਾਂਦਾ ਹੈ, ਯਾਨੀ ਕਿ ਸੋਸਾਇਟੀ ਦੀ ਰਿਐਲਿਟੀ ਨੂੰ ਉਹ ਲੈ ਕੇ ਆਉਂਦੇ ਹੈ। ਸਭ ਤੋਂ ਇੰਪੋਰਟੈਂਟ ਉਹਨਾਂ ਨਾਵਲਸ ਹੈਗੇ ਆ ਅਨਟੱਚੇਬਲ, ਜੋ ਕਿ ਆਬਵੀਅਸਲੀ ਕਾਸਟ ਸਿਸਟਮ ਤੇ ਹੈ। ਇਹ ਨਾਵਲ ਸਿਰਫ ਇੱਕ ਦਿਨ ਦੀ ਸਟੋਰੀ ਹੈ। ਮੇਨ ਕਰੈਕਟਰ ਦਾ ਨਾਮ ਹੈ ਬਾਖਾ, ਜੋ ਕਿ ਇੱਕ ਸਵੀਪਰ ਹੈ। ਨਾਵਲ ਜਿਹੜਾ ਦਿਖਾਉਂਦਾ ਹੈ ਕਿ ਅਨਟੱਚੇਬਿਲਿਟੀ ਕਿਸ ਤਰ੍ਹਾਂ ਇੱਕ ਇਨਸਾਨ ਦੀ ਡਿਗਨਿਟੀ ਨੂੰ ਅਫੈਕਟ ਕਰਦੀ ਹੈ। ਐਗਜ਼ਾਮ ਵਿੱਚ ਬਹੁਤ ਵਾਰ ਪੁੱਛਿਆ ਜਾਂਦਾ ਹੈ ਹੂ ਇਜ਼ ਦ ਪ੍ਰੋਟੈਗੋਨਿਸਟ ਆਫ ਅਨਟੱਚੇਬਲ, ਤੇ ਆਪਣਾ ਉਸ ਦੇ ਵਿੱਚ ਆਨਸਰ ਕੀ ਹੋਏਗਾ? ਬਾਖਾ। ਇਸ ਤੋਂ ਇਲਾਵਾ ਉਹਨਾਂ ਦੇ ਹੋਰ ਜਿਹੜੇ ਇੰਪੋਰਟੈਂਟ ਨਾਵਲਸ ਹੈਗੇ ਹੈ ਉਹ ਕਿਹੜੇ ਹੈ? ਕੁਲੀ, ਇਸ ਦੇ ਹੀਰੋ ਦਾ ਨਾਮ ਹੈਗਾ ਮੂਨੂ। ਇਹ ਚਾਈਲਡ ਲੇਬਰ ਤੇ ਪੋਵਰਟੀ ਨੂੰ ਡਿਪਿਕਟ ਕਰਦਾ ਹੈ। ਅਗਲਾ ਜਿਹੜਾ ਨਾਵਲ ਆਪਣਾ ਹੈ ਉਹ 2 ਲੀਵਸ ਐਂਡ ਅ ਬਰਡ। ਇਹ ਟੀ ਪਲਾਂਟੇਸ਼ਨ ਵਰਕਰਸ ਦੀ ਐਕਸਪਲੋਇਟੇਸ਼ਨਸ ਨੂੰ ਹਾਈਲਾਈਟ ਕਰਦਾ ਹੈ। ਮੇਨਲੀ ਉਹ ਹਰ ਜਗ੍ਹਾ ਤੇ ਲੇਬਰ ਕਲਾਸ ਜਿਹੜੀ ਫੈਮਲੀਜ਼ ਹੈਗੀਆਂ ਨੇ ਉਹ ਕਿੱਦਾਂ ਅਫੈਕਟ ਹੋ ਰਹੀਆਂ ਉਸ ਨੂੰ ਦਿਖਾਉਂਦੇ ਆ। ਮੁਲਖ ਰਾਜ ਆਨੰਦ ਮਾਰਕਸਿਸਟ ਆਈਡੀਆਜ਼ ਤੋਂ ਵੀ ਕਾਫੀ ਇਨਫਲੂਐਂਸਡ ਹੋਏ, ਪਰ ਉਹਨਾਂ ਦੀ ਰਾਈਟਿੰਗ ਜਿਹੜੀ ਹੈ ਉਸਦਾ ਮੇਨ ਪਰਪਸ ਸੀ ਹਿਊਮੈਨਿਟੀ ਤੇ ਇਕੁਐਲਿਟੀ ਨੂੰ ਪ੍ਰਮੋਟ ਕਰਨਾ। ਜੇ ਐਗਜ਼ਾਮ ਵਿੱਚ ਸੋਸ਼ਲ ਪ੍ਰੋਟੈਸਟ ਨਾਵਲ, ਕਾਸਟ ਆਪਰੇਸ਼ਨ ਜਾਂ ਫਿਰ ਵਰਕਿੰਗ ਕਲਾਸ ਦੇ ਲਿਟਰੇਚਰ ਦੀ ਗੱਲ ਹੋਵੇ ਤਾਂ ਆਪਾਂ ਮੁਲਖ ਰਾਜ ਆਨੰਦ ਦੇ ਬਾਰੇ ਨੂੰ ਹੀ ਮਾਰਕ ਕਰਨਾ ਹੈ। ਹੁਣ ਫਟਾਫਟ ਚਲੋ ਆਪਾਂ 1 ਮਿੰਟ ਵਿੱਚ ਇੱਕ ਕੁਇਕ ਰਿਵੀਜ਼ਨ ਕਰ ਲੈਂਦੇ ਹਾਂ। ਆਰ.ਕੇ. ਨਾਰਾਇਣ, ਮਾਲਗੁੜੀ, ਦ ਗਾਈਡ, ਰਾਜੂ, ਸਾਹਿਤਯ ਅਕੈਡਮੀ ਅਵਾਰਡ, ਇਹ ਫੈਕਟਸ ਆਪਾਂ ਯਾਦ ਰੱਖਣੇ ਹੈ। ਰਾਜਾ ਰਾਓ, ਕਾਂਥਾਪੁਰਾ, ਗਾਂਧੀਅਨ ਨਾਵਲ, ਫੇਮਸ ਪ੍ਰੀਫੇਸ, ਫਿਲਾਸਫੀ, ਇਹ ਪੁਆਇੰਟਸ ਯਾਦ ਰੱਖਣੇ ਆਪਣੇ ਮਾਈਂਡ ਦੇ ਵਿੱਚ। ਮੁਲਖ ਰਾਜ ਆਨੰਦ, ਅਨਟੱਚੇਬਲ, ਬਾਖਾ, ਸੋਸ਼ਲ ਰੀਅਲਿਜ਼ਮ, ਕੁਲੀ, ਮੂਨੂ। ਇਹ ਜਿਹੜੇ 3 ਰਾਈਟਰਸ ਨੂੰ ਇੰਡੀਅਨ ਇੰਗਲਿਸ਼ ਫਿਕਸ਼ਨ ਦੇ ਬਿਗ 3 ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਹੁਣ ਅਗਲੇ ਪਾਰਟ ਦੇ ਵਿੱਚ ਆਪਾਂ ਕਰਾਂਗੇ ਅਨੀਤਾ ਦੇਸਾਈ, ਖੁਸ਼ਵੰਤ ਸਿੰਘ, ਅਰੁੰਧਤੀ ਰਾਏ। ਇਹਨਾਂ ਆਪਾਂ ਡਿਟੇਲ ਵਿੱਚ ਕਵਰ ਕਰਾਂਗੇ ਤੇ ਨਾਲ ਹੀ ਇੰਪੋਰਟੈਂਟ ਐਗਜ਼ਾਮ ਫੈਕਟਸ ਵੀ ਡਿਸਕਸ ਕਰਾਂਗੇ। ਸੋ ਮਿਲਦੇ ਹਾਂ ਆਪਾਂ ਪਾਰਟ 2 ਦੇ ਵਿੱਚ। ਥੈਂਕ ਯੂ ਫॉर ਵਾਚਿੰਗ।